ਹਾਂਜੀ। ਉਹ ਪਿੱਛੇ ਪੰਡਿਤ ਰਵੀ ਸ਼ੰਕਰ ਜੀ ਤੇ ਉਹਨਾਂ ਦੀ ਬੇਟੀ ਅਨੁਸ਼ਕਾ ਜੀ ਦੀ ਸਿਤਾਰ ਵੱਜ ਰਹੀ ਸੀ। ਉਹਦਾ ਇੱਕ ਕਾਰਨ ਇਹ ਵੀ ਸੀ ਕਿ ਅੱਜ ਸਵੇਰੇ ਸਵੇਰੇ ਹਾਲੀ ਮੈਂ ਸੁੱਤਾ ਹੀ ਪਿਆ ਸਾਂ ਕਿ ਜਦੋਂ ਵਟਸਐਪ ਦੀ ਟਿੰਗ ਦੀ ਘੰਟੀ ਨੇ ਮੈਨੂੰ ਜਗਾਇਆ ਅਤੇ ਉਹਦੇ ਵੱਲ ਜਦੋਂ ਨਜ਼ਰ ਪਾਈ ਅਤੇ ਉਹ ਹਿੰਦੁਸਤਾਨ ਤੋਂ ਮੋਹਾਲੀ ਤੋਂ ਮੇਰੀ ਭਾਣਜੀ ਦੇ ਇੱਕ ਸੁਨੇਹਾ ਸੀ ਕਿ ਇੱਕ ਬੜਾ ਵਧੀਆ ਐਕਟਰ ਜਿਹਨੂੰ ਅਸੀਂ ਸਾਰੇ ਹੀ ਬੜਾ ਪਸੰਦ ਕਰਦੇ ਸਾਂ, ਇਰਫਾਨ ਖਾਨ, ਉਹਦੀ ਅੱਜ ਡੈਥ ਹੋ ਗਈ, ਉਹਦੀ ਮ੍ਰਿਤੂ ਹੋ ਗਈ। ਸੋ ਉਹ ਦਿਨ ਥੋੜ੍ਹਾ ਉਦਾਸੀ ਵਿੱਚ ਸ਼ੁਰੂ ਹੋਇਆ। ਹਾਂਜੀ, ਵੈਸੇ ਤਾਂ 2-3 ਸਾਲ ਤੋਂ ਕੈਂਸਰ ਦੇ ਵਿੱਚ ਪੀੜਿਤ ਸਨ, ਪਰ ਹਮੇਸ਼ਾ ਜਿਵੇਂ ਅੱਗੇ ਵੀ ਗੱਲ ਹੋਈ ਕਿ ਜਦੋਂ ਵੀ ਡੈਥ ਇਵੈਂਚੁਅਲੀ ਹੁੰਦੀ ਹੈ ਉਹ ਹਮੇਸ਼ਾ ਹੀ ਦੁਖਦਾਈ ਹੀ ਲੱਗਦੀ ਹੈ, ਕਿਉਂਕਿ ਮੌਤ ਦਾ ਕੋਈ ਵੀ ਸ਼ਾਇਦ ਸਮਾਂ ਠੀਕ ਨਹੀਂ ਹੈ, ਜੋ ਮਰਜ਼ੀ ਇਵੋਲੂਸ਼ਨ ਦੀ ਥਿਊਰੀ ਸਮਝਾਵੇ। ਪਰ ਉਹਦੇ ਵਿੱਚ ਫਿਰ ਥੋੜ੍ਹੀ ਜਿਹੀ ਮੈਂ ਫਿਰ ਜਦੋਂ ਮੈਂ ਅਖਬਾਰਾਂ ਹਿੰਦੁਸਤਾਨ ਦੀਆਂ ਦੇਖਦਾ ਪਿਆ ਸਾਂ ਅਤੇ ਪੱਛਮ ਦੇ ਅਤੇ BBC ਦੇ, ਉਹਦੇ ਵਿੱਚ ਵੀ ਇਹ ਜਿਹੜੀ ਬਾਰ-ਬਾਰ ਇੱਕ ਭਾਸ਼ਾ ਵਰਤੀ ਜਾਂਦੀ ਸੀ ਨਾ, ਵੌਰ ਦੀ ਰੈਟਰਿਕ, ਜਿਹਦੇ ਬਾਰੇ ਮੈਂ ਪਹਿਲੇ ਵੀ ਗੱਲ ਕੀਤੀ ਸੀ ਕਿ ਵੀ ਬੜੀ ਜੰਗ ਕੀਤੀ ਉਹਨੇ, ਇਸ ਬਿਮਾਰੀ ਨਾਲ ਜਦੋਜਹਿਦ ਕੀਤੀ ਅਤੇ ਫਿਰ ਹਾਰ ਗਿਆ। ਅਤੇ ਅੱਗੇ ਵੀ ਗੱਲ ਹੋਈ ਹੈ ਡਾਕਟਰਾਂ ਵੱਲੋਂ, ਸਾਈਕਾਲੋਜਿਸਟਾਂ ਵੱਲੋਂ, ਕਿ ਇਸ ਕਿਸਮ ਦੀਆਂ ਜਿਹੜੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਨਾਲ ਕੋਈ ਉਮਰ ਬਹੁਤ ਜ਼ਿਆਦਾ ਲੰਬੀ ਨਹੀਂ ਹੁੰਦੀ ਅਤੇ ਉਹ ਇਲਾਜ ਵੀ ਨਹੀਂ ਪੂਰਾ ਹੁੰਦਾ, ਉਹਨੂੰ ਇਹ ਕਹਿਣਾ ਕਿ ਉਹ ਵੌਰ ਲੂਜ਼ ਕਰ ਗਿਆ, ਇਹ ਉਸ ਬੰਦੇ ਬਾਰੇ ਥੋੜ੍ਹੀ ਜਿਹੀ ਅਸਲ ਵਿੱਚ ਨੈਗੇਟਿਵ ਐਟੀਟਿਊਡ ਹੈ ਕਿ ਜੇ ਉਹਦਾ ਕਸੂਰ ਹੈ ਕਿ ਉਹ ਜੇ ਚੰਗੀ ਤਰ੍ਹਾਂ ਲੜਾਈ ਕਰਦਾ ਅਤੇ ਫਿਰ ਨਹੀਂ ਸੀ ਉਹਨੇ ਮਰਨਾ। ਹਾਂਜੀ, ਪਰ ਉਹਦਾ ਰੀਜ਼ਨ ਹੈਗਾ ਵੈ ਕਿ ਵੀ ਅਸੀਂ ਸਾਰਾ ਸਮਾਜ ਸਾਡਾ ਪਿਛਲੇ 1000-1500 ਸਾਲ ਤੋਂ ਨਾ ਇਹ ਵੌਰ ਦੀ ਰੈਟਰਿਕ ਨੂੰ ਬਹੁਤ ਸੈਲੀਬ੍ਰੇਟ ਕਰਦਾ। ਜਿਹੜੇ ਯਾਦ ਰਹਿੰਦੇ ਨੇ ਨਾ, ਉਹ ਵਾਰ 'ਚ ਜਿਹੜੇ ਜਿੱਤੇ ਯਾਦ ਰਹਿੰਦੇ ਨੇ, ਅਤੇ ਜਿਨ੍ਹਾਂ ਨੇ ਵੌਰਾਂ ਲੜੀਆਂ ਤੇ ਜ਼ਰੂਰ, ਕੋਸ਼ਿਸ਼ਾਂ ਤਾਂ ਕੀਤੀਆਂ ਪਰ ਹਾਰ ਗਏ, ਉਹਦੇ ਕੋਈ ਸਾਨੂੰ ਕਦੇ ਨਾਮ ਯਾਦ, ਹਾਰੇ ਨੂੰ ਨਹੀਂ ਕੋਈ ਯਾਦ ਕਰਦਾ। ਇਸ ਲਈ ਸਾਨੂੰ ਉਹਦੀ ਜਿੱਤ ਦੇ ਰੂਪ ਦਾ, ਉਹਦੀ ਕਿਸੇ ਹੋਰ ਚੀਜ਼ ਦੀ ਗੁਣ ਦੀ ਸਮਝ ਆਉਣੀ ਚਾਹੀਦੀ ਕਿ ਉਹਨੇ ਜ਼ਿੰਦਗੀ ਜਿਉਣ ਦੀ ਬੜੀ ਕੋਸ਼ਿਸ਼ ਕੀਤੀ, ਦਵਾਈਆਂ ਵੀ ਉਹਦੇ 'ਤੇ ਲੱਗੀਆਂ, ਰੇਡੀਏਸ਼ਨਸ ਵੀ ਹੋਈਆਂ, ਕੀਮੋਥੈਰੇਪੀ ਵੀ ਹੋਈਆਂ ਹੋਣੀਆਂ ਨੇ, ਬੜਾ ਕੁਝ ਹੋਇਆ, ਉਹਨੇ ਜਿਉਣ ਦੇ ਲਈ ਹਰ ਯਤਨ ਕੀਤਾ। ਟਰਾਈ ਅਗੇਨ, ਇਹ ਜਿਹੜਾ ਯਤਨ ਕਰਨ ਵਾਲੇ ਦਾ ਜਿਉਣ ਦੇ ਐਟੀਟਿਊਡ ਨੂੰ ਲੈ ਕੇ ਚੱਲਣਾ ਨਾ, ਕਿ ਹਾਂ ਉਹਦੇ ਵਿੱਚ ਸਫਲ ਨਹੀਂ ਹੋ ਸਕਿਆ ਅਤੇ ਸਾਨੂੰ ਉਹਦੀ ਪਰ ਇਹ ਤਾਂ ਯਾਦ ਰਹੇਗੀ ਨਾ ਕਿ ਉਹਨੇ ਜਿਉਣ ਦੀ ਕੋਸ਼ਿਸ਼ ਕੀਤੀ, ਉਹਨੇ ਕਿਸੇ ਦੁਸ਼ਮਣ ਨੂੰ ਮਾਰਨ ਦੀ ਨਹੀਂ ਕੋਸ਼ਿਸ਼ ਕੀਤੀ। ਇਹ ਵਾਰ ਰੈਟਰਿਕ ਮੈਨੂੰ ਤਾਂ ਕਦੇ ਨਹੀਂ ਪਸੰਦ ਆਉਂਦਾ। ਇਹ ਮਨੁੱਖੀ ਸੱਭਿਆਚਾਰ ਦੇ ਵਿੱਚ ਸਾਨੂੰ ਇਹਦੇ ਤੋਂ ਮੁਕਤ ਹੋਣਾ ਪੈਣਾ ਕਿ ਅਸੀਂ ਹਰ ਸਮੇਂ ਯੋਧਿਆਂ ਦੇ ਅਤੇ ਜ਼ਾਲਮਾਂ ਦੇ, ਉਹ ਯੋਧੇ ਹਮੇਸ਼ਾ ਹੀ ਜ਼ਾਲਮ ਹੀ ਹੁੰਦੇ ਨੇ, ਅਤੇ ਉਹਨਾਂ ਦੇ ਕੰਨ ਇੱਕ ਗੱਲ ਤੇ ਏਜਿੰਗ ਦੇ ਮਾਮਲੇ 'ਚ ਇੱਕ ਹੋਰ ਬੜੀ ਇੰਟਰਸਟਿੰਗ ਦਿਲਚਸਪ ਗੱਲ ਅੱਜ ਦੀ ਇਰਫਾਨ ਖਾਨ ਦੀਆਂ ਖਬਰਾਂ ਪੜ੍ਹਦੇ ਸੁਣਦੇ ਹੀ ਹੋਈ ਕਿ ਇਹਨੂੰ 2 ਤਰੀਕੇ ਨਾਲ ਰਿਪਰਜ਼ੈਂਟ ਕੀਤਾ ਜਾ ਰਿਹਾ। ਪੱਛਮੀ ਮੀਡੀਆ ਜਿਹੜਾ ਨਾ, ਪੱਛਮੀ ਤਰੀਕਾ ਗੱਲ ਕਰਦਾ, ਉਹਦੇ 'ਚ ਉਹ ਇਹ ਸਾਰੇ ਕਹਿੰਦੇ ਨੇ ਕਿ ਉਹ 53 ਸਾਲ ਦਾ ਸੀ ਜਿਹੜਾ ਚੱਲ ਵਸਿਆ, ਕਿਉਂਕਿ ਉਹ 9 ਜਨਵਰੀ 1967 'ਚ ਪੈਦਾ ਹੋਇਆ ਅਤੇ ਇਹ ਹੁਣ ਅੱਜ 29 ਅਪ੍ਰੈਲ 2020 ਨੂੰ ਚੱਲ ਵਸਿਆ। ਸੋ ਉਹਨੇ 53 ਕੰਪਲੀਟ ਕੀਤੇ ਹੋਏ ਸੀ। ਪਰ ਬੜਾ ਇੰਟਰਸਟਿੰਗ, ਇੰਡੀਅਨ ਮੀਡੀਆ ਜਿਹੜਾ, ਮੈਂ ਟ੍ਰਿਬਿਊਨ ਅਤੇ ਇੰਡੀਆ ਟਾਈਮ 'ਤੇ ਜਦੋਂ ਉਹਦੇ ਵਿੱਚ ਜ਼ਿਆਦਾ ਚੱਲ ਰਿਹਾ 54 ਸਾਲ ਦਾ, ਕਿਉਂਕਿ ਉਹ 54ਵੇਂ ਸਾਲ ਦੇ ਵਿੱਚ ਸੀ। ਹਾਂਜੀ, ਉਹਨੇ ਇੱਕ ਕਲਚਰਲ ਬੜਾ ਵੱਡਾ ਡਿਫਰੈਂਸ ਹੈ ਕਿ ਅਸੀਂ ਜਿਹੜੇ ਲੰਘ ਰਹੇ ਸੀਮਤ ਜਿਹੜਾ ਸਮਾਂ, ਜਿਹਨੇ ਕਿ ਉਹਨੂੰ ਹੁਣ ਫਿਕਸ ਕਰ ਦਿੱਤਾ ਕਿ 53 ਉਹਨੇ ਕੰਪਲੀਟ ਕਰ ਲਏ ਸੀ, ਜੇ ਉਹਦੀ ਅੱਗੋਂ ਪ੍ਰਸਾਈਜ਼ ਜਾਣਾ ਅਤੇ ਆਲਮੋਸਟ 5 ਮਹੀਨੇ ਹੋਰ ਕੰਪਲੀਟ ਕਰ ਰਹੇ ਸੀ। ਪਰ ਇੰਡੀਅਨ ਤਰੀਕਾ ਸੋਚਣ ਦਾ ਕਿ ਨਹੀਂ, ਉਹ 54ਵੇਂ ਵਿੱਚ ਸੀ, ਉਹ ਇੱਕ ਕੰਟੀਨਿਊਟੀ ਨੂੰ ਰਿਪਰਜ਼ੈਂਟ ਕਰਦਾ ਹੈ। ਜੀ, ਇਹ ਹੈ ਬੜੀ ਦਿਲਚਸਪ ਗੱਲਾਂ। ਇਹ ਫਿਰ ਮਾਈਥੋਲੋਜੀ ਅਤੇ ਉਹਨਾਂ ਦੀਆਂ ਕਹਾਣੀਆਂ 'ਚ ਜ਼ਿਆਦਾ ਮਜ਼ਾ ਆਉਂਦਾ। ਉਹ ਦੇਵਦੱਤ ਪਟਨਾਇਕ ਨੂੰ ਮੈਂ ਬੜੀ ਵਾਰੀ ਰਿਕਮੈਂਡ ਕਰ ਚੁੱਕਾ, ਉੱਥੋਂ ਸੁਣੋ ਕਿ ਅਸੀਂ ਹਮੇਸ਼ਾ ਅਗਲਾ, ਜਿੱਥੇ ਸ਼ੁਰੂਆਤ ਨਵੀਂ ਹੁੰਦੀ ਆ ਉਹਦੀ ਗੱਲ ਕਰਦੇ ਹਾਂ, ਅਸੀਂ ਵਿੱਚ ਕੀ ਦੇ ਹਾਂ। ਈਵਨ ਮਿਊਜ਼ਿਕ ਦੇ ਵਿੱਚ ਵੀ ਅਸੀਂ ਹਮੇਸ਼ਾ ਸਮ ਦੇ ਉੱਤੇ ਜਦੋਂ ਨਵਾਂ ਸਾਈਕਲ ਸ਼ੁਰੂ ਹੁੰਦਾ ਉੱਥੇ ਖ਼ਤਮ ਕਰਦੇ ਹਾਂ। ਸੋ ਇਹ ਤਾਂ 2 ਗੱਲਾਂ। ਅਤੇ ਫਿਰ ਜਿਹੜੀ ਇੱਕ ਗੱਲ ਆ ਜਾਂਦੀ ਹੈ ਕਿ ਅਸੀਂ ਐਡੀਕੁਏਟ ਨਾ, ਉਸ ਤੋਂ ਵੀ ਪਹਿਲੇ ਦੀ ਗੱਲ ਕਰਨੀ। ਅੱਜ ਸਵੇਰ ਤੋਂ ਹੀ ਅਤੇ ਕੱਲ੍ਹ ਤੋਂ ਵੀ ਡੈਨਮਾਰਕ 'ਚ ਇੱਕ ਬੜੀ ਇੰਟਰਸਟਿੰਗ ਡਿਸਕਸ਼ਨ ਸ਼ੁਰੂ ਹੋਈ ਹੈ ਕਿ ਇਹ ਹੁਣ ਕਰੋਨੇ ਦੇ ਕਾਰਨ ਅਸੀਂ ਸਾਰੇ ਘਰਾਂ 'ਚ ਬੈਠੇ ਹੋਏ ਹਾਂ ਅਤੇ ਉਹਦੇ 'ਚ ਇਕੱਲੇ ਹਾਂ, ਸੋਸ਼ਲ ਡਿਸਟੈਂਸ ਅਤੇ ਫਿਜ਼ੀਕਲ ਡਿਸਟੈਂਸ ਘਰ ਦੀ ਫੈਮਿਲੀ ਤੋਂ ਬਾਹਰ ਵਾਲਿਆਂ ਨਾਲ। ਉਹਦੇ ਨਾਲ ਸਾਈਕਾਲੋਜਿਸਟਾਂ ਨੇ ਇੱਕ ਨਵੀਂ ਸੋ ਕਾਲਡ ਬਿਮਾਰੀ ਆਈਡੈਂਟੀਫਾਈ ਕੀਤੀ ਹੈ। ਬਿਮਾਰੀ ਕਹਿ ਲਓ, ਜੋ ਕੰਡੀਸ਼ਨ, ਉਹਨੂੰ ਡੈਨਿਸ਼ 'ਚ ਉਹਨਾਂ ਨੇ ਨਾਂ ਦਿੱਤਾ ਹੈ ਹੁੱਦ ਸੁਲਟ, ਇੰਗਲਿਸ਼ 'ਚ ਕਹਾਂਗੇ ਸਕਿਨ ਹੰਗਰ। ਹਾਂਜੀ, ਕਿਉਂਕਿ ਛੋਹਣ ਦੀ ਭੁੱਖ, ਇਹ ਛੋਹ ਦੀ ਜਿਹੜੀ ਭੁੱਖ ਹੈ, ਇਹ ਬੜੀ ਇਸ ਸਮੇਂ ਹੌਲੀ ਲੋਕਾਂ ਵਿੱਚ
ਪ੍ਰਗਟ ਹੋ ਰਹੀ ਹੈ ਤੇ ਉਹਦੇ ਬਾਇਓਲੋਜੀਕਲ ਲੱਛਣ ਵੀ ਦਿਸਣਗੇ। ਪਹਿਲੇ ਤੇ ਮਾਨਸਿਕ ਹੈ, ਫਿਰ ਉਹਦੇ ਬਾਇਓਲੋਜੀਕਲ ਬੜੇ ਆਣਗੇ, ਕਿਉਂਕਿ ਇਹ ਮਨੁੱਖ ਦੇ ਲਈ ਤੇ ਵੈਸੇ ਤੇ ਕਈ ਹੋਰ ਜਾਨਵਰਾਂ ਵਿੱਚ ਵੀ, ਖਾਸ ਕਰਕੇ ਜਿਹੜੇ ਸਾਡੀ ਸਪੀਸੀਜ਼ ਦੇ ਨੇੜੇ ਤੇੜੇ ਦੇ ਜਾਨਵਰ ਨੇ, ਬਾਂਦਰ ਨੇ, ਚਿੰਪੈਂਜ਼ੀ ਨੇ, ਔਰੰਗਾਟੁੰਗ ਨੇ, ਜਾਂ ਹੋਰ ਵੱਡੇ ਜਾਨਵਰ ਵੀ, ਹਾਥੀ ਨੇ, ਉਹਨਾਂ ਦੇ ਵਿੱਚ ਇਹ ਜਿਹੜੀ ਹੈ ਨਾ ਲੋੜ ਛੋਹ ਦੀ ਭੁੱਖ, ਜਿਹਨੂੰ ਉਹ ਸਕਿਨ ਦੀ ਭੁੱਖ, ਸਿਰਫ ਸੈਕਸ ਦੇ ਲੈਵਲ ਦੀ ਨਹੀਂ ਹੈ ਸਕਿਨ ਦੀ ਭੁੱਖ, ਉਹ ਇੱਕ ਦਾਦੇ ਦਾ ਇੱਕ ਬੱਚੀ ਨੂੰ ਜੱਫੀ ਪਾ ਕੇ ਮਿਲਣ ਦੀ ਵੀ ਭੁੱਖ ਹੈ, ਇੱਕ ਉਹ ਪੋਤਰੀ ਦੀ ਆਪਣੇ ਦਾਦੇ ਨੂੰ ਜੱਫੀ ਪਾ ਕੇ ਮਿਲਣ ਦੀ ਭੁੱਖ ਹੈ। ਪਿਛਲੇ ਹਫਤੇ ਮੈਂ ਗਿਆ ਨਾ ਮਾਇਆ ਵਿਦਿਆ ਨੂੰ ਮਿਲਣ, ਉਹ 3 ਸਾਲਾਂ 'ਚ ਜਿੰਨਾ ਮੇਰੇ ਨਾਲ ਨਹੀਂ ਸੀ ਘੁਲ ਮਿਲਦੀ, ਵੱਧ ਕੇ ਕਿਸੇ ਨਾ ਕਿਸੇ ਬਹਾਨੇ ਜੱਫੀ ਪਾਉਂਦੀ ਸੀ। ਇਹ ਜਿਹੜੀ ਹੈ ਨਾ ਭੁੱਖ, ਛੋਹ ਦੀ ਭੁੱਖ, ਇਹ ਆਪਣੇ ਆਪ 'ਚ ਬੜਾ ਇੰਟਰਸਟਿੰਗ ਹੈ ਤੇ ਸਿਹਤ ਦੇ ਲਈ ਬੜੀ ਜ਼ਰੂਰੀ ਹੈ। ਇਹਦੀਆਂ ਗੱਲਾਂ ਥੋੜ੍ਹੀਆਂ ਬਾਅਦ 'ਚ ਹੋਣਗੀਆਂ ਕਿ ਸਿਹਤਮੰਦ ਹੋਣ ਦੇ ਲਈ ਤੇ ਸਿਹਤ ਲਈ ਕਿਹੜੇ ਸਮਾਜਿਕ, ਮਾਨਸਿਕ, ਬਾਇਓਲੋਜੀਕਲ ਤਰੀਕੇ ਸਾਨੂੰ ਚਾਹੀਦੇ ਨੇ। ਉਹਨਾਂ ਚੀਜ਼ਾਂ 'ਚ ਸਮਾਜਿਕ ਤੇ ਮਾਨਸਿਕ ਗੱਲਾਂ ਕਈ ਵਾਰ ਕੁਝ ਮਾਮਲਿਆਂ 'ਚ ਬੜੀ ਚੰਗੀ ਤਰ੍ਹਾਂ ਮਿਲੀ ਨਾ। ਇੱਕ ਪਹਿਲੀ ਕਿਤਾਬ ਸੀ ਜਿਹੜੀ ਮੈਂ 1997 'ਚ ਲਿਖੀ ਸੀ ਕਿ ਬਾਬਾ ਕਿੱਥੇ ਗਏ, ਉਹਦੀ ਜਿਹਦੀ ਹਿੰਦੀ 'ਚ ਵੀ ਅਵੇਲੇਬਲ ਹੈ, ਬਾਬਾ ਕਹਾਂ ਗਏ। ਫਿਰ ਇੰਗਲਿਸ਼ 'ਚ ਮੈਂ ਹੀ ਕੀਤੀ ਸੀ ਵੇਅਰ ਇਜ਼ ਬਾਬਾ ਗੋਨ। ਇਹ ਅਸਲ 'ਚ ਮੈਂ ਆਪਣੇ ਪਿਤਾ ਜੀ ਦੀ ਮੌਤ 1996 ਵਿੱਚ ਹੋਣ ਤੋਂ ਬਾਅਦ 1997 'ਚ ਉਹਨਾਂ ਦੀ ਪਹਿਲੀ ਬਰਸੀ 'ਤੇ ਇੱਕ ਤਰ੍ਹਾਂ ਦੀ ਮੇਰੇ ਵੱਲੋਂ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਸੀ ਕਿ ਅੱਛਾ ਵੀ ਉਹ ਬਾਬਾ ਕਿੱਥੇ ਗਏ। ਕਹਿਤੇ ਦਿਨ ਨਾ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗ ਰਹਤੇ, ਕਿੱਥੇ ਗਏ ਕਿੱਥੇ, ਇਹ ਮੇਰਾ ਪੁੱਤ ਵੀ ਪੁੱਛਦਾ ਸੀ। ਇਹਦੇ ਵਿੱਚ ਇਸ ਕਿਸਮ ਦੀਆਂ ਗੱਲਾਂ ਬੁਢੇਪੇ ਬਾਰੇ ਜਿੰਨੀ ਕਿ ਮੈਨੂੰ ਉਸ ਸਮੇਂ ਸਮਝ ਸੀ 1997 'ਚ, ਉਹਦੀਆਂ ਹੋਈਆਂ। ਇਹ ਫਿਰ ਬਾਕੀ ਦੀ ਆਉਣ ਵਾਲੀਆਂ ਸਾਡੀਆਂ ਕਨਵਰਸੇਸ਼ਨ 'ਚ ਇਹਦੀ ਸ਼ਾਇਦ ਬਾਰ-ਬਾਰ ਆਵੇ ਗੱਲ। ਹਾਂਜੀ, ਇਹ ਕਿਤਾਬ ਉਹ ਸਾਰੰਗ ਲੋਕ ਹੈ, ਸਾਰੰਗ ਮੇਰੇ ਵੱਡੀ ਭੈਣ ਰਮਾ ਰਤਨ ਜੀ ਜਿਹਨੂੰ ਚਲਾਉਂਦੇ ਨੇ, ਸਾਂਭਦੇ ਨੇ, ਤੇ ਉਹਨਾਂ ਦੀਆਂ ਪਬਲੀਕੇਸ਼ਨਸ ਨੇ। ਪਰ ਇਹ ਜਿਹੜੀਆਂ ਗੱਲਾਂ ਹੈ ਕਿ ਅਸੀਂ ਐਡੀਕੁਏਟ ਹੋਣਾ, ਹੈਲਥ ਦੀ ਹੋਈ ਗੱਲ ਕਰਨੀ ਹੈ ਕਿ ਡਿਜ਼ੀਜ਼ ਦੀ ਕਰਨੀ ਹੈ, ਕਿਉਂਕਿ ਕਈ ਮਾਮਲਿਆਂ 'ਚ ਨਾ ਡਿਜ਼ੀਜ਼ ਜਿਹੜੀ ਹੈ ਉਹ ਮਦਦ ਕਰਦੀ ਹੈ ਸਾਨੂੰ ਮਦਦ ਲੈਣ 'ਚ, ਸੁਸਾਇਟੀ ਦਾ ਵਿਵਹਾਰ ਚੇਂਜ ਕਰਨ ਤੱਕ। ਡਿਜ਼ੀਜ਼ ਦਾ ਲੇਬਲ ਕੋਈ ਜ਼ਰੂਰੀ ਨਹੀਂ ਕਿ ਹਰ ਵਾਰੀ ਨੁਕਸਾਨਦੇਹ ਵੀ ਹੋਵੇ, ਕਈ ਵਾਰੀ ਉਹਦੇ ਫਾਇਦੇ ਵੀ ਹੁੰਦੇ ਨੇ। ਤੇ ਉਹਦਾ ਡਾਇਗਨੋਸਿਸ ਕਰਾਉਣਾ ਆਪਣੇ ਕਿਸੇ ਸਰੀਰਕ ਪ੍ਰੋਬਲਮ ਦਾ ਵੀ, ਉਹਦੇ ਤੇ ਕੋਈ ਲੇਬਲ ਲਵਾਉਣਾ ਕਈ ਵਾਰ ਬੜਾ ਲਾਹੇਵੰਦ ਹੁੰਦਾ। ਉਹ ਜਿਵੇਂ ਜਦੋਂ ਕਰੋਨਾ ਦੀ ਸ਼ੁਰੂਆਤ ਹੋਣ ਤੋਂ ਪਹਿਲੇ ਜਨਵਰੀ ਦੇ ਅਖੀਰ 'ਚ ਮੇਰੀ ਪੋਤੀ ਤੇ ਬੇਟਾ ਨੂੰ ਇੱਥੇ ਆਏ ਹੋਏ ਸੀ ਮੈਨੂੰ ਮਿਲਣ ਮੇਰੇ ਸ਼ਹਿਰ ਰੋਹੂਸ ਦੇ ਵਿੱਚ, ਤੇ ਬਾਹਰ ਉਹਦੇ ਨਾਲ ਖੇਡ ਰਿਹਾ ਕਿਧਰੇ ਮੈਂ ਤਿਲਕ ਗਿਆ, ਹਾਂਜੀ, ਤੇ ਡਿੱਗ ਪਿਆ। ਤੇ ਉਹਦਾ ਉਸ ਸਮੇਂ ਤਾਂ ਕੁਝ ਪਤਾ ਨਾ ਲੱਗਾ, ਪਰ 2-3 ਦਿਨਾਂ ਬਾਅਦ ਮੈਂ ਜਿੱਥੇ ਵੀ ਸਰੀਰ 'ਚ ਉਂਗਲ ਲਾਵਾਂ ਉਹ ਉੱਥੇ ਦਰਦ ਹੋਵੇ, ਉੱਥੇ ਪੀੜ ਹੋਵੇ, ਮੈਂ ਲੱਤ ਤੇ ਲਾਵਾਂ, ਪੈਰ ਤੇ ਲਾਵਾਂ, ਮੋਢੇ ਤੇ ਲਾਵਾਂ, ਗਲੇ ਤੇ ਲਾਵਾਂ। ਮੈਂ ਕਿਹਾ ਕੀ ਹੋ ਗਿਆ, ਇਹਦਾ ਤੇ ਕੋਈ ਡਾਇਗਨੋਸਿਸ ਚਾਹੀਦਾ। ਉਹ ਫਿਰ ਮੈਂ ਗਿਆ ਡਾਕਟਰ ਕੋਲ, ਆਪਣੇ ਕੋਲ। ਉਹ ਡਾਕਟਰ ਫਿਰ ਸਿਆਣਾ ਨਿਕਲਿਆ, ਉਹਨੇ ਚੈੱਕ ਕੀਤਾ, ਜਿੱਥੇ ਮੈਂ ਉਂਗਲ ਲਾਉਂਦਾ ਸਾਂ ਉੱਥੇ ਦਰਦ ਹੁੰਦੀ ਸੀ। ਓਹੋ, ਉਹਨੇ ਫਿਰ ਡਾਇਗਨੋਸ ਕੀਤਾ, ਕਹਿੰਦਾ ਨਹੀਂ ਸੁਰੇਸ਼ ਜੀ ਤੁਹਾਡੀ ਉਂਗਲ ਟੁੱਟ ਗਈ ਹੈ, ਫ੍ਰੈਕਚਰ ਹੋ ਗਈ ਹੈ। ਹਾਂਜੀ, ਸੋ ਇਹ ਗੱਲ ਤੇ ਭਾਵੇਂ ਹਾਸੇ 'ਚ ਮੈਂ ਕਹਾਂ, ਪਰ ਇਹ ਬੜਾ ਜ਼ਰੂਰੀ ਹੁੰਦਾ ਕਿ ਕਈ ਵਾਰ ਲੇਬਲ ਲਾਣਾ, ਨਹੀਂ ਤੇ ਦਿਮਾਗ ਬੜਾ ਪੁੱਠੇ ਸਿੱਧੇ ਚੱਲਦਾ। ਕਿਉਂ ਦਿਮਾਗ ਅੱਜ ਕੱਲ੍ਹ ਦੇ ਦੁਨੀਆ ਵਿੱਚ ਨਾ ਜਦੋਂ ਇੰਨੀ ਇਨਫੋਰਮੇਸ਼ਨ ਅਵੇਲੇਬਲ ਹੁੰਦੀ ਹੈ ਤੇ ਗੂਗਲ ਨੂੰ ਖੋਲ੍ਹ ਕੇ ਬਹਿ ਜਾਓ, ਪ੍ਰੋਫੈਸਰ ਗੂਗਲ ਨੂੰ, ਤੇ ਆਪਣੀ ਬੋਡੀ ਦਾ ਕੋਈ ਵੀ ਸਿੰਪਟਮ ਉਹਦੇ ਨਾਲ ਮਿਲਣਾ ਸ਼ੁਰੂ ਕਰੋ ਨਾ, ਐਸੀ ਭਿਅੰਕਰ ਬਿਮਾਰੀ ਸਾਹਮਣੇ ਆਉਂਦੀ ਹੈ ਨਾ ਕਿ ਬਸ ਜਰਾ ਜਿਹਾ ਪੇਟ ਦਾ ਦਰਦ ਕੀ ਹੋਇਆ ਕਿ ਕੋਲਨ ਦਾ ਕੈਂਸਰ ਹੀ ਹੋ ਗਿਆ। ਸੋ ਉਹਦੇ ਤੋਂ ਵੀ ਬੜਾ ਬਚਣਾ ਪੈਂਦਾ ਕਿ ਸਾਨੂੰ ਫਿਲਟਰ ਆਉਂਦੇ ਨੇ ਲਾਣੇ ਕਿ ਵੀ ਕਿਹੜੀ ਕਿੱਥੋਂ ਤੱਕ ਜਾਣਾ। ਪਰ ਸਾਡੀ ਮਾਨਸਿਕਤਾ ਕੁਝ ਇਹੋ ਜਿਹੀ ਹੁੰਦੀ ਹੈ ਕਿ ਅਸੀਂ ਵਰਸਟ ਸਿਨਾਰੀਓ ਦੇਖਦੇ ਹਾਂ। ਕਈ ਵਾਰੀ ਫਿਰ ਉਹੀ ਵਰਸਟ ਸਿਨਾਰੀਓ ਦੇ ਨੂੰ ਡਿਜ਼ੀਜ਼ ਦਾ ਲੇਬਲ ਲਾਣਾ ਚੰਗਾ ਰਹਿੰਦਾ। ਉਹ ਵੀ ਇੱਕ ਇੰਜੀ ਕਹਾਣੀ ਹੈ ਕਿ ਇੱਕ ਹਾਈਪੋਕੌਂਡਰੀਅਕ ਬੰਦਾ, ਹਾਈਪੋਕੌਂਡਰੀਅਕ ਕਹਿੰਦੇ ਨੇ ਜਿਹਨੂੰ ਹਰ ਚੀਜ਼ ਦੀ ਬਿਮਾਰੀ ਆਪਣੇ ਆਪ 'ਚ ਲੱਗਦੀ ਹੈ, ਤੇ ਉਹਨੇ ਘਰ ਦੇ ਵਿੱਚ, ਉਹ 60 ਸਾਲ ਦਾ ਹੋ ਗਿਆ ਸੀ, ਤੇ ਹਰ ਸਮੇਂ ਇਹੀ ਕਹਿਣਾ ਕਿ ਬਸ ਮੈਂ ਮਰ ਰਿਹਾ। ਉਹਦੀ ਕੋਈ ਨਹੀਂ ਸੁਣਦਾ। ਡਾਕਟਰਾਂ ਨੇ ਉਹਨੂੰ ਚੈੱਕ ਵੀ ਕਰ ਲਿਆ ਬਥੇਰਿਆਂ ਨੇ, ਉਹਨਾਂ ਨੇ ਵੀ ਕਿਹਾ ਨਹੀਂ ਯਾਰ ਤੇਰਾ ਸਾਰਾ ਕੁਝ ਠੀਕ ਹੈ ਤਾਂ ਉਮਰ ਤੇਰੀ 60 ਦੀ ਹੋ ਗਈ ਹੈ। ਪਰ ਬੜਾ ਹੀ ਦੁਖੀ ਕਿ ਮੇਰੇ ਤੇ ਕੋਈ ਵਿਸ਼ਵਾਸ ਨਹੀਂ ਕਰਦਾ। ਲੋਕੀ ਉਹਨੂੰ ਆਲਮੋਸਟ ਜਿਹਨੂੰ ਪਾਗਲ ਕਹਿਣ ਲੱਗ ਪਏ ਕਿ ਉਹਨੂੰ ਤੇ ਮਾਨਸਿਕ ਹਸਪਤਾਲ 'ਚ ਜਾਣ ਦੀ ਲੋੜ ਹੈ। ਫਿਰ ਉਹ ਇੱਕ ਸਿਆਣੇ ਡਾਕਟਰ ਨਾਲ ਉਹਦੀ ਮੁਲਾਕਾਤ ਹੋਈ, ਉਹਨੇ ਉਹਦੀਆਂ ਸਾਰੀਆਂ ਗੱਲਾਂ ਸੁਣੀਆਂ, ਸਾਰਾ ਡੇਟਾ ਦੇਖਿਆ। ਫਿਰ ਉਹਨੇ ਕਿਹਾ ਹਾਂ ਬਈ ਤੈਨੂੰ ਨਾ YAUD ਹੋ ਗਈ ਹੈ। ਉਹ ਕਹਿੰਦਾ ਹੀ ਕਿ ਉਹ ਕਹਿੰਦੇ ਬੜੀ ਵੱਡੀ ਬਿਮਾਰੀ ਹੈ ਤੇ ਲੈਟਿਨ 'ਚ ਇਹਦਾ ਨਾਮ ਹੈਗਾ ਵੈ ਕਿ ਚਰਿੰਕੇਜ ਹੋਮਿਓਡਾਇਨਾਮਿਕ। ਹਾਂਜੀ, ਉਹ ਬੜਾ ਵੱਡਾ ਨਾਂ ਲੱਗਾ, ਪਰ ਇਹ ਬਿਮਾਰੀ ਤੈਨੂੰ ਆ ਗਈ ਹੈ ਤੇ ਇਹਦੇ ਨਾਲ ਤੂੰ ਮਰ ਰਿਹਾ। ਕਹਿੰਦਾ ਅੱਛਾ ਹੈਗੀ ਹੈ ਨਾ ਮੈਨੂੰ ਬਿਮਾਰੀ? ਹਾਂ ਜੀ ਹੈਗੀ ਹੈ। ਫਿਰ
ਕਹਿੰਦੇ ਪਰ ਜੇ ਤੂੰ ਆਪਣਾ ਧਿਆਨ ਰੱਖੇਗਾ ਨਾ, ਤੇ ਮੈਂ ਤੈਨੂੰ ਕੋਈ ਗੱਲਾਂ ਦੱਸਦਾ, ਐਕਸਰਸਾਈਜ਼, ਫੂਡ, ਤੇ ਇਹਦੇ ਨਾਲ ਤੂੰ ਹੋ ਸਕਦਾ 10 ਸਾਲ ਜਿਉ ਸਕਦਾ ਹੋਵੇਂ ਹੋਰ, ਜਾਂ 20 ਜਾਂ 30 ਜਾਂ 40 ਜਾਂ 50, ਸਮਝ ਗਏ ਨਾ। ਉਦੋਂ ਇਹ ਡਿਜ਼ੀਜ਼ ਦਾ ਲੇਬਲ ਨੇ ਬੜਾ ਮਨ ਸ਼ਾਂਤ ਕਰ ਦਿੱਤਾ। ਹਾਂਜੀ, ਸੋ ਕਈ ਵਾਰ ਡਿਜ਼ੀਜ਼ ਦੇ ਲੇਬਲ ਨੇ ਮਨ ਸ਼ਾਂਤ ਕਹਿ ਤੇ ਉਹੀ ਰਿਹਾ ਸੀ ਕਿ ਤੇਰੀ ਸ਼ਰਿੰਕੇਜ ਆਫ ਹੋਮਿਓਡਾਇਨਾਮਿਕਸ ਹੋ ਰਹੀ ਹੈ, ਮਰਨਾ ਤੇ ਹੈਗਾ ਹੀ ਹੈ, ਪਰ ਧਿਆਨ ਰੱਖੇਗਾ 40 50 ਸਾਲ ਹੋਰ ਜੀਉ ਲਏਗਾ। ਬੱਚਿਆਂ ਦੇ ਮਾਮਲੇ 'ਚ ਮਾਨਸਿਕ ਬਿਮਾਰੀਆਂ ਦਾ ਕਈ ਵਾਰੀ ਬੜਾ ਨੁਕਸਾਨ ਵੀ ਹੋ ਰਿਹਾ ਲੇਬਲਾਂ ਦਾ, ਤੇ ਕਈ ਵਾਰੀ ਫਾਇਦਾ ਵੀ ਹੋ ਰਿਹਾ। ਜਿਹੜਾ ਬੱਚਾ ਜਿਹਨੂੰ ਪਹਿਲੇ ਅਸੀਂ ਸਿਰਫ ਸ਼ਰਾਰਤੀ ਕਹਿ ਦਿੰਦੇ ਸਾਂ, ਉਹਨੂੰ ADHD ਦਾ ਲੇਬਲ ਲਾਉਣ ਲੱਗ ਕੇ ਦਵਾਈਆਂ ਦੇਣ ਲੱਗ ਪਏ, ਇਹ ਕੋਈ ਨੁਕਸਾਨ ਦੀਆਂ ਗੱਲਾਂ ਹੈ। ਪਰ ਜਿਹੜੇ ਬੱਚੇ ਨੂੰ ਅਸੀਂ ਜਿਹੜਾ ਪੜ੍ਹਨ 'ਚ ਦਿਲਚਸਪੀ ਨਹੀਂ ਲੈਂਦਾ ਜਾਂ ਕਿਸੇ ਦੇ ਨਾਲ ਦੋਸਤੀ ਨਹੀਂ ਕਰਦਾ, ਉਹਨੂੰ ਅਸੀਂ ਸੁਸਤ ਤੇ ਨਿਕੰਮਾ ਤੇ ਸੋਸ਼ਲ ਤੇ ਇਹੋ ਜਿਹੇ ਕਹਿੰਦੇ ਸਾਂ, ਉਹ ਜਦੋਂ ਲੱਗਾ ਕਿ ਨਹੀਂ ਯਾਰ ਉਹ ਜਿਹਨੂੰ ਪੜ੍ਹਨ 'ਚ ਦਿਲ ਨਹੀਂ ਨਾ ਲੱਗਦਾ, ਉਹਨੂੰ ਸ਼ਾਇਦ ਡਿਸਲੈਕਸੀਆ ਹੈਗਾ, ਤੇ ਉਹਦੀ ਸਾਨੂੰ ਕੋਈ ਹੋਰ ਅਪਰੋਚ ਕਰਨੀ ਪੈਣੀ ਹੈ। ਜਾਂ ਜਿਹੜਾ ਬੰਦਾ ਕੋਈ ਕਨੈਕਸ਼ਨ ਨਹੀਂ ਬੱਚਾ ਬਣਾ ਰਿਹਾ, ਅੱਖ 'ਚ ਅੱਖ ਪਾ ਕੇ ਗੱਲ ਨਹੀਂ ਕਰ ਰਿਹਾ, ਉਹਨੂੰ ਆਊਟਿਜ਼ਮ ਦੀ ਪੋਸੀਬਿਲਿਟੀ ਹੈਗੀ ਹੈ। ਸੋ ਇਹ ਡਿਜ਼ੀਜ਼ ਦੇ ਲੇਬਲ ਦੀ ਬੜੀ ਇੰਪੋਰਟੈਂਸ ਵੀ ਹੈਗੀ ਹੈ। ਹੈਲਥ ਨੂੰ ਅਸੀਂ ਕਿਉਂਕਿ ਮੇਨਟੇਨ ਕਰਨਾ ਚਾਹੁੰਦੇ ਹਾਂ, ਅਸੀਂ ਉਹਨੂੰ ਸਾਂਭ ਸੰਭਾਲ ਰੱਖਣੀ ਚਾਹੁੰਦੇ ਹਾਂ, ਤੇ ਉਹਦੇ ਬਾਰੇ ਹੋਰ ਤਰ੍ਹਾਂ ਦੀਆਂ ਗੱਲਾਂ ਬਾਇਓਲੋਜੀ ਦੇ ਲੈਵਲ ਤੇ, ਸੋਸ਼ੀਓਲੋਜੀ ਦੇ ਲੈਵਲ ਤੇ ਕਰਨੀਆਂ ਚਾਹੁੰਦੇ ਹਾਂ। ਪਰ ਸਵਾਲ ਪਹਿਲੇ ਉਹੀ ਆ ਜਾਣਾ ਕਿ ਕਿਉਂ, ਕਿ ਸਾਨੂੰ ਐਡਾ ਲੋੜ ਕੀ ਪਈ, ਅਸੀਂ ਸਿਰਫ ਡਿਜ਼ੀਜ਼ ਦੇ ਨਾਲ ਹਾਂਜੀ ਕਿਉਂ ਨਹੀਂ ਜੀਉ ਸਕਦੇ। ਕਾਂਟ ਵੀ ਬੀ ਹੈਲਦੀ ਇਨ ਦ ਪ੍ਰੈਜ਼ੈਂਸ ਆਫ ਅ ਡਿਜ਼ੀਜ਼, ਕਿ ਜੇ ਕੋਈ ਡਿਜ਼ੀਜ਼ ਹੈਗੀ ਹੈ ਤੇ ਉਹਨੂੰ ਤੁਸੀਂ ਮੈਨੇਜ ਕਰ ਵੀ ਰਹੇ ਹੋ, ਤੇ ਫਿਰ ਅਸੀਂ ਆਪਣੇ ਆਪ ਨੂੰ ਤਾਂ ਵੀ ਅਸੀਂ ਹੈਲਦੀ ਐਡੀਕੁਏਟ, ਉਹ ਜਿਹੜੀ ਕੱਲ੍ਹ ਦੀ ਡੈਫੀਨੇਸ਼ਨ ਚੱਲ ਰਹੀ ਸੀ ਨਾ, ਐਡੀਕੁਏਟ ਹੈਲਥ, ਮੇਰੀ ਪ੍ਰਾਇਓਰਟੀ ਕੀ ਹੈ, ਮੈਂ ਉਮਰ ਦੇ ਕਿਹੜੇ ਪੜਾਅ 'ਚ ਮੈਨੂੰ ਕਿਸ ਕਿਸਮ ਦੀ ਹੈਲਥ ਦੀ ਜ਼ਰੂਰਤ ਹੈ, ਉਹਦੇ ਨਾਲ ਭਾਵੇਂ ਮੈਨੂੰ ਕੋਈ ਬਿਮਾਰੀ ਵੀ ਹੋਵੇ। ਸੋ ਬਿਮਾਰੀ ਦਾ ਹੋਣਾ ਆਪਣੇ ਆਪ ਦੇ ਵਿੱਚ ਹੈਲਥ ਨਹੀਂ ਮੇਰੇ ਕੋਲ ਖੋਹ ਲੈਂਦਾ, ਉਹ ਸਿਰਫ ਇਹ ਕਈ ਵਾਰ ਸਾਨੂੰ ਰਿਮਾਈਂਡ ਕਰਾਉਂਦਾ ਹੈ ਕਿ ਉਹਨੂੰ ਫਿਰ ਉਹਦੇ ਲਈ ਤੁਹਾਨੂੰ ਕੁਝ ਨਵੀਆਂ ਸੁਵਿਧਾਵਾਂ, ਟੈਕਨੋਲੋਜੀ, ਦਵਾਈਆਂ, ਮਦਦ ਉਹ ਵਰਤਣੀ ਪਏਗੀ, ਤੇ ਉਹਦੇ 'ਚ ਕੋਈ ਸ਼ਰਮ ਦੀ ਗੱਲ ਨਹੀਂ। ਜੇ ਮੇਰਾ ਇਕੱਲਾ ਬਹਿਣਾ ਮੇਰੇ ਲਈ ਆਪਣੇ ਆਪ ਦੇ ਵਿੱਚ ਬੜੀ ਇੱਕ ਤਰ੍ਹਾਂ ਦੀ ਬਿਮਾਰੀ ਬਣ ਜਾਂਦਾ, ਤੇ ਮੈਨੂੰ ਉਹਦੇ 'ਚ ਸ਼ਰਮ ਨਹੀਂ ਆਉਣੀ ਚਾਹੀਦੀ ਕਿ ਫਿਰ ਮੈਂ ਆਪਣਾ ਹੱਥ ਵਧਾਵਾਂ, ਕਿਸੇ ਨੂੰ ਅਪਰੋਚ ਕਰਾਂ, ਕਿਉਂਕਿ ਕਿਸੇ ਹੋਰ ਨੇ ਤੇ ਸ਼ਾਇਦ ਆਪੇ ਨਹੀਂ ਕਰਨਾ। ਕਈ ਲੋਕੀ ਤੁਹਾਡੇ ਨੇੜੇ ਦੇ ਕਈ ਵਾਰ ਪਛਾਣ ਜਾਣਗੇ ਕਿ ਸ਼ਾਇਦ ਤੁਹਾਨੂੰ ਇਸ ਸਮੇਂ ਜਿਹੜਾ ਇਹ ਟਰਬਲ ਚੱਲ ਰਹੀ ਹੈ, ਇਹ 'ਚ ਤੁਹਾਨੂੰ ਸਾਥ ਦੀ ਲੋੜ ਹੈ। ਇੰਝ ਜਿਹੜੀਆਂ ਦਵਾਈਆਂ ਵਗੈਰਾ ਦੇ ਮਾਮਲੇ 'ਚ ਸਿਸਟਮ ਬਣਿਆ। ਸੋ ਅਸਲ 'ਚ ਤਾਂ ਚਾਹੀਦਾ ਹੈ ਕਿ ਸਾਡੇ ਡਾਕਟਰ ਇਸ ਤਰ੍ਹਾਂ ਟ੍ਰੇਨਡ ਕੀਤੇ ਜਾਣ, ਤੇ ਸਾਨੂੰ ਵੀ ਇਹੀ ਸਮਝਾਇਆ ਜਾਏ ਕਿ ਅਸੀਂ ਆਪਣੇ ਡਾਕਟਰਾਂ ਨੂੰ ਆਪਣੀ ਹੈਲਥ ਨੂੰ ਸਮਝਣ ਤੇ ਮੇਨਟੇਨ ਕਰਨ ਲਈ ਅਪਰੋਚ ਕਰੀਏ, ਨਾ ਕਿ ਜਦੋਂ ਕੋਈ ਬਿਮਾਰੀ ਆਈ ਹੈ ਤੇ ਉਹਦਾ ਸਮਾਧਾਨ ਕਰਨ ਦੇ। ਪਰ ਉਹਦੇ ਲਈ ਫਿਰ ਇਕਨੋਮਿਕ ਸਿਸਟਮ ਬਦਲਣਾ ਪੈਣਾ। ਡਾਕਟਰਾਂ ਨੂੰ ਪੈਸਾ ਮਿਲਦਾ ਸਾਡੀ ਬਿਮਾਰੀ ਦਾ ਇਲਾਜ ਕਰਨ ਦਾ, ਸਾਨੂੰ ਸਿਹਤਮੰਦ ਰੱਖਣ ਦਾ ਇਹਦਾ ਨਹੀਂ ਪੈਸਾ ਮਿਲਦਾ। ਹਾਂਜੀ, ਬਿਮਾਰੀ ਹੋਏਗੀ ਤੇ ਇਸੇ ਲਈ ਉਹਦੇ ਲਈ ਫਿਰ ਓਵਰ ਮੈਡੀਕੇਸ਼ਨ ਵੀ ਹੁੰਦੀ ਹੈ। ਤੁਸੀਂ ਸਾਡੇ ਮਲਟੀਪਲ ਜਿਹੜੇ ਪੋਲੀ ਕਲੀਨਿਕ ਨੇ ਉਹਦੇ ਜਰਾ ਚਲੇ ਜਾਓ, ਜਾਂਦੇ ਰਹੋ ਤੁਸੀਂ ਆਪਣੇ ਪੇਟ ਦੀ ਦਰਦ ਦੀ ਚੈੱਕ ਕਰਾਉਣ, ਤੇ ਉਹ ਤੁਹਾਡੀਆਂ ਅੱਖਾਂ ਵੀ ਟੈਸਟ ਕਰੇਗਾ ਕਿ ਸ਼ਾਇਦ ਤੈਨੂੰ ਦਿਸਿਆ ਨਹੀਂ ਸੀ ਠੀਕ ਕਿ ਤੂੰ ਖਾਂਦਾ ਕੀ ਪਿਆ, ਹੁਣ ਜਿਹੜਾ ਗਲਤ ਖਾ ਲਿਆ। ਸੋ ਇਹ ਚੀਜ਼ਾਂ ਜਿਹੜੀਆਂ ਐਡੀਕੁਏਟ ਹੈਲਥ ਦੇ ਲਈ ਸਾਨੂੰ ਸਮਾਧਾਨ ਕਰਨੇ ਪੈਣੇ ਨੇ। ਹੈਲਥ ਨੂੰ ਅਸੀਂ ਮੇਨਟੇਨ ਵੀ ਕਰਨਾ ਵੈ, ਅਸੀਂ ਉਹਨੂੰ ਇੰਪਰੂਵ ਵੀ ਕਰਨਾ ਵੈ, ਅਸੀਂ ਉਹਨੂੰ ਜੇ ਕਿਸੇ ਮਕਾਲ 'ਤੇ ਖਰਾਬ ਹੋ ਗਈ ਹੈ ਤਾਂ ਉਹਨੂੰ ਰਿਕਵਰ ਵੀ ਕਰਨਾ ਵੈ। ਹਾਂਜੀ, ਮੇਨਟੇਨੈਂਸ, ਇੰਪਰੂਵਮੈਂਟ, ਈਵਨ ਐਨਹਾਂਸਮੈਂਟ, ਕਿ ਜਿਹੜੀ ਇੰਪਰੂਵਮੈਂਟ ਕਿਹੜੇ ਲੈਵਲ ਤੱਕ, ਕਿ ਉਸ ਤੋਂ ਵੀ ਵੱਧ, ਤੇ ਫਿਰ ਰਿਕਵਰੀ ਦਾ ਵੀ। ਹੁਣ ਇਹ ਸਬਜੈਕਟ ਜਿਹੜੇ ਨੇ ਨਾ ਅਗਲੇ 5 7 10 ਵਾਰੀਆਂ 'ਚ ਸ਼ਾਇਦ ਕਵਰ ਹੋਣਗੇ। ਅੱਜ ਮੈਂ ਸਿਰਫ ਤੁਹਾਨੂੰ ਮੋਟੇ ਉਹਦੇ ਬਾਰੇ ਮੇਨ ਜਿਹੜੇ ਸਾਡੀਆਂ ਇਹ ਅਪਰੋਚਸ ਨੇ ਉਹਦੀਆਂ 4 ਕੈਟੇਗਰੀਜ਼ ਨੇ ਕਿ ਜਿਹੜੇ ਤਰੀਕੇ ਨਾਲ ਹੈਲਥ ਮੇਨਟੇਨੈਂਸ ਦੀ ਗੱਲ ਹੁੰਦੀ। ਇਹ ਮੈਂ ਫਿਰ ਉਹੀ ਬਾਰ ਮੈਨੂੰ ਕਹਿਣਾ ਪੈਂਦਾ ਕਿ ਮੈਂ ਹਾਂ ਤੇ ਬਾਇਓਲੋਜਿਸਟ ਤੇ ਗੱਲਾਂ ਮੈਂ ਬਾਇਓਲੋਜੀ ਦੀਆਂ ਕਰਨਾ ਚਾਹੁੰਦਾ, ਪਰ ਕੋਈ ਵੀ ਸਾਇੰਸਦਾਨ ਜਿਹੜਾ ਨਾ ਉਹ ਜੇ ਆਪਣੇ ਆਪ ਨੂੰ ਇਹ ਕਹਿੰਦਾ ਕਿ ਉਹ ਸੋਸ਼ਲ ਇਸ਼ੂਜ਼ ਤੇ ਸਾਈਕੋਲੋਜੀਕਲ ਇਸ਼ੂਜ਼ ਤੇ ਫਿਲੋਸੋਫੀਕਲ ਇਸ਼ੂਜ਼ ਤੋਂ ਬਗੈਰ ਸਾਇੰਸਦਾਨ ਹੋ ਸਕਦਾ, ਉਹ ਬੜਾ ਅਧੂਰਾ ਸਾਇੰਸਦਾਨ ਹੈ। ਇਹ ਬਿਲਕੁਲ ਦੂਜਿਆਂ 'ਤੇ ਵੀ ਇਹੀ ਲੱਗਦਾ। ਜੇ ਕੋਈ ਮਿਊਜ਼ੀਸ਼ੀਅਨ, ਆਰਟਿਸਟ, ਇਕੋਨੋਮਿਸਟ, ਫਿਲੋਸਫਰਸ ਇਹ ਕਹਿੰਦੇ ਨਾ ਕਿ ਸਾਡਾ ਸਾਇੰਸ ਦੀ ਬੇਸਿਕ ਨੌਲੇਜ ਤੋਂ ਬਗੈਰ ਗੁਜ਼ਾਰਾ ਹੋ ਸਕਦਾ ਤੇ ਅਸੀਂ ਬੜੇ ਖੁਸ਼ ਆ, ਸਾਨੂੰ ਉਹਦੀ ਲੋੜ ਨਹੀਂ, ਉਹ ਤੁਸੀਂ ਕਰਿਓ, ਉਹ ਵੀ ਅਧੂਰੇ ਇਨਸਾਨ ਨੇ। ਜੇ ਤੁਸੀਂ ਅਧੂਰੇ ਤੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਖਾਸ ਕਰਕੇ ਜਿਹਨੂੰ ਕਹਿੰਦਾ ਐਜੂਕੇਟਿਡ ਆਪਣੇ ਆਪ ਨੂੰ ਫੀਲ ਕਰਨਾ ਚਾਹੁੰਦੇ ਹੋ, ਤਾਂ ਉਹਦੇ ਲਈ ਇਹ ਸਾਰੀਆਂ ਚੀਜ਼ਾਂ ਦੀ ਸਮਝ ਥੋੜ੍ਹੀ ਹੋਣੀ ਚਾਹੀਦੀ ਹੈ। ਜੈਕ ਆਫ ਆਲ ਟ੍ਰੇਡ ਜਿਹੜਾ ਕੋਈ ਐਡੀ ਬੁਰੀ ਗੱਲ ਨਹੀਂ ਹੈਗੀ, ਉਹਦੇ 'ਚ ਬਥੇਰਾ ਕੋਈ ਤੁਹਾਨੂੰ ਇਕੱਠਾ ਕਰਨ ਦੀ ਜਾਂਚ ਆ ਜਾਂਦੀ ਹੈ। ਸਾਡੀਆਂ ਜਿਹੜੀਆਂ 4 ਵੱਡੀਆਂ ਅਪਰੋਚਸ ਨੇ
ਜਿਨ੍ਹਾਂ ਦੇ ਮੈਂ ਸਿਰਫ ਟਾਈਟਲ ਹੀ ਅੱਜ ਸ਼ਾਇਦ ਛੂਹਾਂਗਾ, ਕਿ ਉਹ ਇੱਕ ਤੇ ਪਹਿਲੇ ਹੁੰਦੀ ਹੈ ਕਿ ਪੀਸ ਮੀਲ ਰੈਮਡੀਜ਼, ਕਿ ਜਿਹੜੀ ਚੀਜ਼ ਖਰਾਬ ਹੋਈ ਹੈ ਉਹਨੂੰ ਠੀਕ ਕਰਨਾ ਹੈ। ਹਾਂਜੀ, ਉਹਦੇ ਪਿੱਛੇ ਇੱਕ ਬੜੀ ਵੱਡਾ ਫਿਲੋਸੋਫਿਕ ਐਟੀਟਿਊਡ ਹੁੰਦਾ ਕਿ ਮੈਨ ਔਰ ਆਵਰ ਬੋਡੀ ਐਜ਼ ਅ ਮਸ਼ੀਨ ਦਾ ਮੈਟਾਫੋਰ ਵਰਤਦੇ। ਤੇ ਅੱਜ ਤੱਕ ਦੀ ਹਾਲੀ ਜ਼ਿਆਦਾ ਮੈਡੀਕਲ ਸਾਇੰਸ ਜਿਹੜੀ ਹੈ ਉਹ ਇਸ ਬੋਡੀ ਐਜ਼ ਅ ਮਸ਼ੀਨ ਦੇ ਮੈਟਾਫੋਰ ਨੂੰ ਵਰਤਦੀ ਹੋਈ ਵਨ ਥਿੰਗ ਐਟ ਅ ਟਾਈਮ, ਕਿ ਫਿਕਸ ਵਾਟ ਇਜ਼ ਬ੍ਰੋਕ, ਜਿਹੜੀ ਚੀਜ਼ ਖਰਾਬ ਹੋਈ ਹੈ ਉਹਨੂੰ ਠੀਕ ਕਰਨਾ। ਇਹਨੂੰ ਮੈਂ ਕਹਿੰਦਾ ਹੁੰਦਾ ਪੀਸ ਮੀਲ ਰੈਮਡੀਜ਼। ਇਹਦੀ ਕੱਲ ਇੱਥੋਂ ਗੱਲ ਸ਼ੁਰੂ ਹੋਏਗੀ। ਫਿਰ ਆਉਂਦੇ ਨੇ ਕਿ ਬੇਸਿਕ ਹਾਈਜੀਨ ਤੇ ਕੋਸਮੈਟਿਕ ਇੰਟਰਵੈਂਸ਼ਨਸ, ਹਾਂਜੀ, ਕਿ ਜਿਹੜੀਆਂ ਬੜੀਆਂ ਜ਼ਰੂਰੀ ਨੇ। ਉਹਦੇ ਵਿੱਚ ਭਾਵੇਂ ਉਸ ਸੁਪਰਫਿਸ਼ੀਅਲ ਸੋ ਕਾਲਡ ਐਂਟੀ ਏਜਿੰਗ ਕਰੀਮਾਂ ਹੀ ਵਰਤਣੀਆਂ। ਫਿਰ ਤੀਜੀ ਆਉਂਦਾ ਵੈ ਜਿਹੜਾ ਸਾਇੰਸ ਦੇ ਨੌਲੇਜ ਨੂੰ ਵਰਤ ਕੇ ਫਿਰ ਮਾਰਕੀਟ ਨੇ ਬਣਾਏ ਨੇ ਰਿਪਲੈਨਿਸ਼ਮੈਂਟਸ, ਕਿ ਜਿਹੜੀਆਂ ਚੀਜ਼ਾਂ ਘਟੀਆਂ ਨੇ ਬੋਡੀ ਦੇ ਵਿੱਚ, ਜਿਹੜੀ ਜਵਾਨੀ 'ਚ ਹੁੰਦੇ ਸੀ, ਜਿਹੜੇ ਹਾਰਮੋਨ, ਜਿਹੜੇ ਐਨਜ਼ਾਈਮ, ਉਹਨਾਂ ਨੂੰ ਦੁਬਾਰਾ ਖਾ ਕੇ ਜਾਂ ਕਿਸੇ ਤਰੀਕੇ ਨਾਲ ਵਧਾਇਆ ਜਾਏ, ਤੇ ਸਪਲੀਮੈਂਟਸ। ਫਿਰ ਉਹਦੇ 'ਚ ਆਉਂਦਾ ਚੌਥੀ ਫਿਰ ਅਪਰੋਚ ਜਿਹੜੀ ਆਉਂਦੀ ਹੈ, ਉਹਨੂੰ ਹੋਲਿਸਟਿਕ ਕਹਿੰਦੇ ਆ, ਕਿ ਸਟਰੈਂਥਨਿੰਗ ਦ ਹੋਮਿਓਡਾਇਨੈਮਿਕਸ। ਕਿਉਂਕਿ ਮੈਂ ਤੁਹਾਨੂੰ ਅੱਗੇ ਹੀ ਗੱਲ ਕਰ ਚੁੱਕਾ ਕਿ ਕੋਈ ਦੁਸ਼ਮਣ ਤੇ ਹੈ ਨਹੀਂ, ਕੋਈ ਐਨੀਮੀ ਹੈ ਨਹੀਂ ਜਿਹਨੂੰ ਅਸੀਂ ਕਿਲ ਕਰਨਾ। ਹੋਮਿਓਡਾਇਨੈਮਿਕ ਸਪੇਸ ਸਾਡੇ ਜਿਉਣ ਦੀ ਪ੍ਰੋਪਰਟੀ ਹੈ, ਸਾਡੇ ਜਿਉਣ, ਉਹਨੂੰ ਫਿਰ ਸਟਰੈਂਥਨ ਕਿਵੇਂ ਕਰਨਾ? ਕਿਉਂਕਿ ਜੇ ਅਸੀਂ ਜਿਉਂਦੇ ਪਏ ਹਾਂ, ਬੁਢੇਪੇ ਵਿੱਚ ਹਾਂ, ਬੁਢੇਪੇ ਦੇ ਪੜਾਅ 'ਚ ਹਾਂ, ਤੇ ਉਹ ਹੋਮਿਓਡਾਇਨੈਮਿਕ ਸਪੇਸ ਸ਼ਰਿੰਕ ਹੋ ਰਹੀ ਹੈ। ਇਸ ਲਈ ਇੰਨਾ ਪਹਿਲੀਆਂ 10-12 ਗੱਲਾਂ ਮੈਨੂੰ ਬਾਇਓਲੋਜੀ ਦਾ, ਸਾਇੰਸ ਦਾ ਆਧਾਰ ਬਣਾਉਣਾ ਪਿਆ ਨਾ, ਕਿਉਂਕਿ ਉਹਦੇ ਉੱਤੇ ਹੀ ਚੱਲ ਕੇ ਸਾਡੀ ਇਹ ਅੱਗੇ ਗੱਲ ਵਧਣੀ ਹੈ ਕਿ ਹੈਲਥ ਨੂੰ ਅਸੀਂ ਕੀ ਕਰਨਾ ਚਾਹੁੰਦੇ ਹਾਂ, ਮੇਨਟੇਨ, ਐਨਹਾਂਸ, ਇੰਪਰੂਵ, ਕਿ ਰਿਕਵਰੀ। ਉਹਨੂੰ ਉਹੀ ਰੱਖਣੀ ਜਿਹੜੀ ਸਾਡੀ ਇਸ ਸਮੇਂ ਹੈ, ਕਿ ਅਸੀਂ ਉਹਦੇ 'ਚ ਹੋਰ ਵੀ ਵਧਾਉਣਾ ਚਾਹੁੰਦੇ ਹਾਂ, ਜਾਂ ਉਹਨੂੰ ਬੜੇ ਮਸਲ ਬਿਲਡ ਕਰਕੇ ਸਾਨੂੰ ਲੱਗਦਾ ਕਿ ਅਸੀਂ ਬਈ ਉਹਨੂੰ ਐਨਹਾਂਸ ਕਰ ਰਹੇ ਹਾਂ, ਤੇ ਜਾਂ ਫਿਰ ਇਹੀ ਹੈ ਕਿ ਜਿਹੜੀ ਚੀਜ਼ ਗਵਾਚ ਗਈ ਹੈ ਉਹਨੂੰ ਦੁਬਾਰਾ ਰਿਕਵਰ ਕਿਵੇਂ ਕਰਦੇ ਆ। ਇਹਦੀਆਂ ਗੱਲਾਂ ਹੁਣ ਅਗਲੇ ਕੁਝ ਲੈਕਚਰਾਂ ਵਿੱਚ ਚੱਲਣਗੀਆਂ। ਤੁਸੀਂ ਆਉਂਦੇ ਰਹੋ, ਮੈਂ ਤੁਹਾਡੇ ਨਾਲ ਕਨਵਰਸੇਸ਼ਨਾਂ ਕਰਦਾ ਰਹਾਂ। ਠੀਕ ਹੈ ਜੀ। आज की मुलाकात बस इतनी।